ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 3 ਨਵੰਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਪਹਿਲਾਂ ਚੋਣਵੀਆਂ ਖਬਰਾਂ। ਬ੍ਰਿਟਿਸ਼ ਐਗਜ਼ਿਟ ਨੂੰ ਲੈ ਕੇ ਆਰਟੀਕਲ 50 ਤੇ ਮਾਹੌਲ ਗਰਮਾਇਆ। ਫਰਾਂਸ ਦੇ ਵਿੱਚ 4 ਮਸਜਿਦ ਨੂੰ ਬੰਦ ਕਰਨ ਦੇ ਹੁਕਮ ਜਾਰੀ। ਮੇਲਾਨੀਆ ਟਰੰਪ ਨੇ ਕਿਹਾ ਕਿ ਫਸਟ ਲੇਡੀ ਬਣਨ ਦੇ ਉੱਤੇ ਉਹ ਇੰਟਰਨੈਟ ਬੁਲਿੰਗ ਦੇ ਖਿਲਾਫ ਛੇੜੇਗੀ ਜੰਗ। ਨਾਰਥਰਨ ਕੈਲੀਫੋਰਨੀਆ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਪਏ ਮੀਂਹ ਕਰਕੇ ਡਰਾਟ ਦੇ ਵਿੱਚ ਕੁਝ ਕਮੀ। ਕਲਿੰਟਨ ਦੇ ਸਪੋਰਟਰਸ ਨੂੰ ਟੈਕਸਟ ਮੈਸੇਜ ਰਾਹੀਂ ਵੋਟ ਪਾਉਣ ਦੀ ਐਡ ਵਾਇਰਲ। ਹਿਲਰੀ ਕਲਿੰਟਨ ਮਾਈਨੋਰਟੀਜ਼ ਨੂੰ ਅਤੇ ਡੋਨਲਡ ਟਰੰਪ ਆਪਣੇ ਕੋਰ ਵੋਟਰਸ ਨੂੰ ਸਵਿੰਗ ਸਟੇਟਸ ਦੇ ਵਿੱਚ ਕਰ ਰਹੇ ਵੋਟ ਦੇ ਲਈ ਪ੍ਰੇਰਿਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਬ੍ਰਿਟੇਨ ਦੇ ਵਿੱਚ ਅੱਜ-ਕੱਲ ਬ੍ਰਿਟਿਸ਼ ਦੇ ਯੂਰਪ ਚੋਂ ਐਗਜ਼ਿਟ ਨੂੰ ਲੈ ਕੇ ਮੁੜ ਦੁਬਾਰਾ ਆਰਟੀਕਲ 50 ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤੇ ਇਹ ਕੇਸ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਹੈ। ਆਰਟੀਕਲ 50 ਜਿਸ ਦੇ ਤਹਿਤ ਕਿਸੇ ਵੀ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਣਾ ਹੈ, ਉਸ ਦੇ ਮੁਤਾਬਿਕ ਉਸ ਦੀ ਸਰਕਾਰ ਉਸ ਨੂੰ ਟ੍ਰਿਗਰ ਕਰ ਸਕਦੀ ਹੈ। ਯੂਕੇ ਦੇ ਵਿੱਚ ਰੈਫਰੈਂਡਮ ਆਉਣ ਤੋਂ ਬਾਅਦ ਜਿਸ ਦੇ ਤਹਿਤ ਯੂਕੇ ਦੇ ਵਿੱਚ ਰਹਿ ਰਹੇ ਲੋਕਾਂ ਨੇ ਯੂਰਪੀਅਨ ਯੂਨੀਅਨ ਤੋਂ ਨਿਕਲਣ ਦਾ ਮਨ ਬਣਾਇਆ ਸੀ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਸੀ ਕਿ ਇਸ ਨੂੰ ਉਹ ਨਵੇਂ ਪ੍ਰਧਾਨ ਮੰਤਰੀ ਆ ਕੇ ਹੁਣ ਇਹ ਪੂਰਾ ਪ੍ਰੋਸੈਸ ਅੱਗੇ ਲੈ ਕੇ ਜਾਣਗੇ। ਉਸ ਤੋਂ ਬਾਅਦ ਦੇ ਵਿੱਚ ਥੈਰੇਸਾ ਮੇ, ਜੋ ਕਿ ਨਈ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣੀ, ਉਹਨਾਂ ਨੇ ਕਿਹਾ ਕਿ ਮਾਰਚ 2017 ਦੇ ਤੱਕ ਉਹ ਯੂਰਪੀਅਨ ਯੂਨੀਅਨ ਤੋਂ ਐਗਜ਼ਿਟ ਲੈਣਗੇ ਅਤੇ ਆਰਟੀਕਲ 50 ਟ੍ਰਿਗਰ ਕਰਨਗੇ। ਪਰ ਇਸ ਨੂੰ ਲੈ ਕੇ ਹੁਣ ਇੱਕ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ, ਜਿਸ ਦੇ ਤਹਿਤ ਯੂਕੇ ਦੀ ਪਾਰਲੀਮੈਂਟ ਨੇ ਕਿਹਾ ਹੈ ਕਿ ਉਹ ਵੀ ਇਸ ਦੇ ਉੱਤੇ ਵੋਟ ਕਰਨਾ ਚਾਹੁੰਦੇ ਹਨ ਕਿ ਆਰਟੀਕਲ 50 ਕਿਸ ਵਕਤ ਟ੍ਰਿਗਰ ਕਰਨਾ ਹੈ ਤੇ ਇਹ ਫੈਸਲਾ ਸਰਕਾਰ ਆਪਣੇ ਦਮ ਦੇ ਉੱਤੇ ਨਹੀਂ ਲੈ ਸਕਦੀ। ਆਰਟੀਕਲ 50 ਜੋ ਕਿ ਕੁੱਲ 250 ਵਰਡਸ ਦੇ ਇੱਕ ਛੋਟਾ ਜਿਹਾ ਕਲੌਜ਼ ਹੈ, ਅੱਜ ਦੇ ਸਮੇਂ ਕਾਫੀ ਮਹੱਤਵਪੂਰਨ ਬ੍ਰਿਟਿਸ਼ ਐਗਜ਼ਿਟ ਦੇ ਲਈ ਬਣਿਆ ਹੋਇਆ ਹੈ। ਦੇਖਣ ਵਾਲਾ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਦਾਲਤ ਜੋ ਕੀ ਫੈਸਲਾ ਸੁਣਾਉਂਦੀ ਹੈ। ਫਰਾਂਸ ਦੇ ਇੰਟੀਰੀਅਰ ਮਿਨਿਸਟਰ ਨੇ ਅੱਜ ਫਰਾਂਸ ਦੇ ਵਿੱਚ 4 ਮਸਜਿਦਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਫਰਾਂਸ ਦੇ ਹੋਮ ਮਿਨਿਸਟਰ ਨੇ ਇਹ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਇਹ 4 ਮਸਜਿਦ ਨਫ਼ਰਤ ਦੀ ਭਾਵਨਾਵਾਂ ਫੈਲਾਉਣ ਦੇ ਤਹਿਤ ਕੰਮ ਕਰ ਰਹੀਆਂ ਸਨ ਤੇ ਸਾਲ ਕੁ ਪਹਿਲਾਂ ਪੈਰਿਸ ਦੇ ਉੱਤੇ ਹੋਏ ਹਮਲਿਆਂ ਤੋਂ ਬਾਅਦ ਦੇ ਵਿੱਚ ਲਗਾਤਾਰ ਫਰਾਂਸ ਦੀ ਸਰਕਾਰ ਇਹੋ ਜਿਹੀਆਂ ਮਸਜਿਦਾਂ ਨੂੰ ਬੰਦ ਕਰਵਾਉਣ ਦਾ ਕੰਮ ਕਰ ਰਹੀ ਹੈ। 1 ਦਰਜਨ ਤੋਂ ਵੀ ਤਕਰੀਬ ਜ਼ਿਆਦਾ ਮਸਜਿਦਾਂ ਇਸ ਪੂਰੇ ਪ੍ਰੋਸੈਸ ਦੇ ਵਿੱਚ ਬੰਦ ਹਜੇ ਤੱਕ ਕੀਤੀਆਂ ਗਈਆਂ ਹਨ। ਇੰਟੀਰੀਅਰ ਮਿਨਿਸਟਰ ਬਰਨਾਰਡ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਧਰਮ ਦੀ ਆੜ ਹੇਠਾਂ ਇਹਨਾਂ ਥਾਵਾਂ ਦੇ ਉੱਤੇ ਲੋਕਾਂ ਨੂੰ ਭੜਕਾਉਣ ਤੇ ਨਫ਼ਰਤ ਫੈਲਾਉਣ ਅਤੇ ਇੱਕ ਦੂਸਰੇ ਨੂੰ ਮਾਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਫਰਾਂਸ ਦੇ ਵਿੱਚ ਅਜਿਹੀ ਪ੍ਰਥਾ ਚਲਾਉਣ ਦਾ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਕਿਹਾ ਹੈ ਕਿ ਇੰਟਰਨੈਟ ਤੇ ਜਦੋਂ ਕੋਈ ਵੀ ਕਿਸੇ ਨੂੰ ਬੁਲੀ ਕਰਦਾ ਹੈ ਤਾਂ ਉਹ ਇਸ ਤੋਂ ਬਹੁਤ ਜ਼ਿਆਦਾ ਅਪਸੈਟ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਹਨ ਅਤੇ ਉਹ ਫਸਟ ਲੇਡੀ ਦੇ ਤੌਰ ਦੇ ਉੱਤੇ ਵਾਈਟ ਹਾਊਸ ਦੇ ਵਿੱਚ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਐਂਟੀ ਬੁਲਿੰਗ ਕੈਂਪੇਨ ਚਲਾਉਣਗੇ ਅਤੇ ਜੋ ਵੀ ਲੋਕ ਇੰਟਰਨੈਟ ਦਾ ਸਹਾਰਾ ਲੈ ਕੇ ਦੂਸਰੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਉਹ ਆਪਣੀ ਲੜਾਈ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਸਾਡਾ ਸੱਭਿਆਚਾਰ ਇਹ ਕੁਝ ਨਹੀਂ ਸਿਖਾਉਂਦਾ ਤੇ ਹੁਣ ਇੰਟਰਨੈਟ ਦੇ ਉੱਤੇ ਇਹ ਚੀਜ਼ਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਅਜਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਵੀ 12 ਸਾਲ ਦਾ ਲੜਕਾ ਜਾਂ ਲੜਕੀ ਸਕੂਲ ਦੇ ਵਿੱਚ ਉਸ ਦਾ ਮਜ਼ਾਕ ਉਡਾਇਆ ਜਾਏ। ਉਹਨਾਂ ਨੇ ਕਿਹਾ ਕਿ ਆਮ ਤੌਰ ਦੇ ਉੱਤੇ ਸਕੂਲ ਪਲੇਗਰਾਉਂਡਸ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਬੁਲਿੰਗ ਹੁੰਦੀ ਹੈ ਤੇ ਹੁਣ ਇੰਟਰਨੈਟ ਦੇ ਉੱਤੇ ਵੀ ਇਸ ਦੀ ਸੰਖਿਆ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਮੇਲਾਨੀਆ ਟਰੰਪ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਦੀ ਦਿੱਖ ਅਤੇ ਉਹਨਾਂ ਦੀ ਇੰਟੈਲੀਜੈਂਸ ਕਰਕੇ ਕਾਫੀ ਜ਼ਿਆਦਾ ਬੁਲੀ ਕੀਤਾ ਜਾਂਦਾ ਹੈ। ਮੇਲਾਨੀਆ ਟਰੰਪ ਨੇ ਇਹ ਭਾਸ਼ਣ ਫਿਲਾਡੈਲਫੀਆ ਦੇ ਵਿੱਚ ਇੱਕ ਸਬਅਰਬ ਦੇ ਵਿੱਚ ਦਿੱਤਾ।
ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਹੋਈ ਚੰਗੀ ਬਾਰਿਸ਼ ਤੋਂ ਬਾਅਦ ਵਾਟਰ ਆਫੀਸ਼ੀਅਲਸ ਨੇ ਕਿਹਾ ਹੈ ਕਿ ਕੁਝ ਹਿੱਸਾ ਡਰਾਟ ਦਾ ਰਿਕਵਰ ਹੋਇਆ ਹੈ, ਪਰ ਰਿਕਵਰ ਇੱਕ ਰਿਸੈਸ਼ਨ ਦੀ ਤਰ੍ਹਾਂ ਹੁੰਦਾ ਹੈ ਅਤੇ ਇਹ ਓਵਰਨਾਈਟ ਰਿਕਵਰ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਰਿਸੈਸ਼ਨ ਤੋਂ ਵਾਪਸ ਆਉਣ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਹੀ ਡਰਾਟ ਤੋਂ ਜੇਕਰ ਵਾਪਸ ਆਉਣਾ ਹੈ ਤਾਂ ਉਸ ਦੇ ਲਈ ਕਈ ਮਹੀਨੇ ਚੰਗੇ ਮੀਂਹ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਅਕਤੂਬਰ ਦੇ ਵਿੱਚ ਪਏ ਮੀਂਹ ਦੇ ਕਾਰਨ ਕੁਝ ਰਾਹਤ ਮਿਲੀ ਹੈ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਕਤੂਬਰ ਬਿਲਕੁਲ ਸੁੱਕਾ ਜਾ ਰਿਹਾ ਸੀ, ਪਰ ਇਸ ਸਾਲ ਅਕਤੂਬਰ ਦੇ ਵਿੱਚ ਚੰਗੇ ਮੀਂਹ ਪਏ ਹਨ। ਕੈਲੀਫੋਰਨੀਆ ਦੇ ਸੈਂਟਰਲ ਅਤੇ ਸਦਰਨ ਹਿੱਸੇ ਦੇ ਵਿੱਚ ਕਾਫੀ ਜ਼ਿਆਦਾ ਡਰਾਟ ਹੋਇਆ ਹੈ ਤੇ ਉੱਥੋਂ ਦੇ ਮੋਸਟਲੀ ਲੋਕ ਖੇਤੀਬਾੜੀ ਤੇ ਨਿਰਭਰ ਕਰਦੇ ਹਨ। ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਨੇ ਕੀਤੇ ਇੱਕ ਸਰਵੇ ਦੇ ਵਿੱਚ ਦੱਸਿਆ ਹੈ ਕਿ 2015 ਦੇ ਵਿੱਚ ਡਰਾਟ ਦੇ ਕਾਰਨ ਕੈਲੀਫੋਰਨੀਆ ਨੂੰ $2.7 ਬਿਲੀਅਨ ਦਾ ਲਾਸ ਹੋਇਆ ਸੀ। ਰਿਵਰ ਵਾਟਰ ਘਟਣ ਕਰਕੇ ਕਿਸਾਨ ਜ਼ਿਆਦਾਤਰ ਗਰਾਊਂਡ ਵਾਟਰ ਦੇ ਉੱਤੇ ਨਿਰਭਰ ਹੋਏ ਹਨ, ਜਿਸ ਦੇ ਕਾਰਨ ਕਈ ਜਗ੍ਹਾ ਦੇ ਉੱਤੇ ਪਾਣੀ ਦੀ ਭਾਰੀ ਕਿੱਲਤ ਆਈ ਹੈ। ਕਈ ਜਗ੍ਹਾ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਤੁਸੀਂ ਆਪਣੀ ਵੋਟ ਟੈਕਸਟ ਮੈਸੇਜ ਦੇ ਰਾਹੀਂ ਪਾ ਸਕਦੇ ਹੋ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਬਿਲਕੁਲ ਵੀ ਪੋਸੀਬਲ ਨਹੀਂ ਹੈ ਤੇ ਤੁਸੀਂ ਟੈਕਸਟ ਮੈਸੇਜ ਦੇ ਜ਼ਰੀਏ ਆਪਣੀ ਵੋਟ ਨਹੀਂ ਪਾ ਸਕਦੇ। ਜੇਕਰ ਤੁਸੀਂ ਆਪਣੀ ਵੋਟ ਪਾਉਣਾ ਚਾਹੁੰਦੇ ਹੋ ਤਾਂ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਜਾਂ ਫਿਰ ਐਬਸੈਂਟੀ ਬੈਲਟ ਦੇ ਰਾਹੀਂ ਆਪਣੀ ਵੋਟ ਤੁਸੀਂ ਪਾ ਸਕਦੇ ਹੋ। ਪਰ ਦੱਸਿਆ ਜਾ ਰਿਹਾ ਕਿ ਟਵਿੱਟਰ ਅਤੇ ਹੋਰ ਕਈ ਸੋਸ਼ਲ ਸਾਈਟਸ ਦੇ ਉੱਤੇ ਚੱਲ ਰਹੀ ਐਡ ਦੇ ਮੁਤਾਬਿਕ ਟੈਕਸਟ ਮੈਸੇਜ ਦੇ ਜ਼ਰੀਏ ਆਪਣੀ ਵੋਟ ਪਾਓ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜ਼ਿਆਦਾਤਰ ਮੈਸੇਜ ਹਿਲਰੀ ਕਲਿੰਟਨ ਦੇ ਸਪੋਰਟਰਸ ਨੂੰ ਜਾ ਰਹੇ ਹਨ, ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਸੇਵ ਟਾਈਮ ਅਵੋਇਡ ਦ ਲਾਈਨ, ਤੇ ਅਗਲੀ ਲਾਈਨ ਦੇ ਵਿੱਚ ਕਿਹਾ ਹੁੰਦਾ ਹੈ ਵੋਟ ਅਰਲੀ ਟੈਕਸਟ ਹਿਲਰੀ ਟੂ ਗੇ ਇੱਕ ਨੰਬਰ ਦੇ ਕੇ ਉਸ ਨੰਬਰ ਦੇ ਉੱਤੇ ਮੈਸੇਜ ਘੱਲਣ ਦੇ ਲਈ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਚੱਲ ਰਹੀ ਹੈ ਇਸ ਦੇ ਉੱਤੇ ਹਜੇ ਕਹਿਣਾ ਮੁਸ਼ਕਿਲ ਹੈ, ਪਰ ਜੇਕਰ ਕਿਸੇ ਵੀ ਸਰੋਤੇ ਨੂੰ ਇਹੋ ਜਿਹਾ ਮੈਸੇਜ ਆਉਂਦਾ ਹੋਵੇ ਜਿਸ ਦੇ ਵਿੱਚ ਟੈਕਸਟ ਮੈਸੇਜ ਦੇ ਰਾਹੀਂ ਵੋਟ ਪਾਉਣ ਦੀ ਗੱਲ ਕਹੀ ਜਾਵੇ ਤਾਂ ਉਸ ਨੂੰ ਇਗਨੋਰ ਕਰਕੇ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਆਪਣੀ ਵੋਟ ਪਾ ਕੇ ਆਉਣ ਜਾਂ ਫਿਰ ਐਬਸੈਂਟੀ ਬੈਲਟ ਦੇ ਰਾਹੀਂ ਆਪਣੀ ਵੋਟ ਪਾ। ਸਵਿੰਗ ਸਟੇਟਸ ਦੇ ਵਿੱਚ ਦੋਨੇ ਹੀ ਉਮੀਦਵਾਰ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕਰ ਰਹੇ ਹਨ। ਜਿੱਧਰ ਕਿ ਹਿਲਰੀ ਕਲਿੰਟਨ ਮਾਈਨੋਰਟੀਜ਼ ਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਕਹਿ ਰਹੀ ਹੈ, ਉਧਰ ਹੀ ਡੋਨਲਡ ਟਰੰਪ ਆਪਣੀ ਬੇਸ ਦੇ ਉੱਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਕਹਿ ਰਹੇ ਹਨ। ਹਿਲਰੀ ਕਲਿੰਟਨ ਨਾਰਥ ਕੈਰੋਲਾਈਨਾ, ਫਲੋਰੀਡਾ ਦੇ ਵਿੱਚ ਹਿਸਪੈਨਿਕ ਵੋਟਾਂ ਨੂੰ ਅਤੇ ਨਿਵਾਡਾ ਅਤੇ ਐਰੀਜ਼ੋਨਾ ਦੇ ਵਿੱਚ ਵੀ ਹਿਸਪੈਨਿਕ ਵੋਟਾਂ ਨੂੰ ਲਗਾਤਾਰ ਟਾਰਗੇਟ ਕਰਦੇ ਹੋਏ ਐਡ ਕਰ ਰਹੀ ਹੈ ਅਤੇ ਲਗਾਤਾਰ ਹਿਲਰੀ ਕਲਿੰਟਨ ਡੋਨਲਡ ਟਰੰਪ ਦੇ ਉੱਤੇ ਹਮਲੇ ਬੋਲ ਕੇ ਇਹ ਕਹਿ ਰਹੀ ਹੈ ਕਿ ਡੋਨਲਡ ਟਰੰਪ ਮਾਈਨੋਰਟੀਜ਼ ਦੇ ਲਈ ਖਾਸ ਕਰਕੇ ਕਾਫੀ ਵੱਡਾ ਖਤਰਾ ਹਨ। ਉਧਰੋਂ ਹੀ ਡੋਨਲਡ ਟਰੰਪ ਹਿਲਰੀ ਕਲਿੰਟਨ ਦੇ ਘਪਲੇਬਾਜ਼ੀ ਨੂੰ ਲੈ ਕੇ ਅਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਕੋਰ ਵੋਟਰਸ ਦੇ ਉੱਤੇ ਫੋਕਸ ਕਰ ਰਿਹਾ ਹੈ। ਆਉਣ ਵਾਲੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਵਿੰਗ ਸਟੇਟਸ ਦੇ ਵੀ ਕਾਫੀ ਜ਼ਿਆਦਾ ਅਹਿਮੀਅਤ ਹੁੰਦੀ ਹੈ, ਕਿਉਂਕਿ ਇਹਨਾਂ ਸਵਿੰਗ ਸਟੇਟਸ ਦੇ ਕਰਕੇ ਇਲੈਕਟਰਲ ਕਾਲਜ ਦੀ ਵੋਟਸ ਦੇ ਵਿੱਚ ਫਰਕ ਆਉਂਦਾ ਹੈ। ਰੀਅਲ ਕਲੀਅਰ ਪੋਲਿਟਿਕਸ ਤੇ ਆਏ ਤਾਜ਼ਾ ਸਰਵੇ ਦੇ ਮੁਤਾਬਿਕ ਦੋਨਾਂ ਉਮੀਦਵਾਰਾਂ ਦੇ ਵਿੱਚ ਫਾਸਲਾ ਕਾਫੀ ਘਟ ਚੁੱਕਿਆ ਹੈ ਤੇ ਸਿਰਫ ਇੱਕ ਪੁਆਇੰਟ ਦੇ ਉੱਤੇ ਹਿਲਰੀ ਕਲਿੰਟਨ ਇਸ ਸਮੇਂ ਲੀਡ ਕਰ ਰਹੀ ਹੈ। ਆਉਣ ਵਾਲੀ 8 ਨਵੰਬਰ 2016 ਨੂੰ ਵੋਟਿੰਗ ਹੋਣੀ ਹੈ, ਜਿਸ ਦਿਨ ਅਮਰੀਕਾ ਦੇ ਆਉਣ ਵਾਲੇ ਨਵੇਂ ਰਾਸ਼ਟਰਪਤੀ ਦਾ ਫੈਸਲਾ ਅਮਰੀਕਾ ਦੀ ਜਨਤਾ ਕਰੇਗੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 51 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਟਾਕਟਨ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟ੍ਰੇਸੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਮੋਡੈਸਟੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟਰਕੀ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੀਐਟਲ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਨਿਊਯਾਰਕ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ
ਲੰਡਨ ਦੇ ਵਿੱਚ 9 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 7 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਤੇ ਫਰਾਂਸ ਪੈਰਿਸ ਦੇ ਵਿੱਚ 9 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 28 ਅੰਕਾਂ ਦੀ ਗਿਰਾਵਟ ਦੇ ਨਾਲ 17,930.67 ਤੇ ਬੰਦ ਹੋਇਆ। ਨੈਸਡੈਕ 47 ਅੰਕਾਂ ਦੀ ਗਿਰਾਵਟ ਦੇ ਨਾਲ 5,058.41 ਤੇ ਬੰਦ ਹੋਇਆ। S&P 9 ਅੰਕਾਂ ਦੀ ਗਿਰਾਵਟ ਦੇ ਨਾਲ 2,088.66 ਤੇ ਬੰਦ ਹੋਇਆ। ਵਿਲਸ਼ਰ 5104 ਅੰਕਾਂ ਦੀ ਗਿਰਾਵਟ ਦੇ ਨਾਲ 21,615.03 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫੇਸਬੁੱਕ ਦਾ ਰਿਹਾ, ਜਿਸ ਦੀ ਕੀਮਤ 120 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60 ਰੁਪਏ 74 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 85 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 83 ਰੁਪਏ 20 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 34 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 12 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 86 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 20 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ ਰਹੀ 170 ਰੁਪਏ 3 ਪੈਸੇ ਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 220 ਰੁਪਏ 49 ਪੈਸੇ। ਸੋਨੇ ਦਾ ਰੇਟ $1303.39 ਪਰ ਆਉਂਸ ਰਿਹਾ ਤੇ ਚਾਂਦੀ $18.38 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।